होम अब्रॉड ਦੇ ਇਸ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਡੇ ਐਂਡ ਨਾਈਟ ਨਿਊਜ਼ ਦੇ ਨਾਲ ਗਲੋਬਲ ਪੰਜਾਬ ਦੇ ਨਾਰਥ ਅਮਰੀਕਾ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਚੱਲਦੇ ਹਾਂ ਬਰਨਾਲਾ, ਜਿੱਥੇ ਦੇ 22 ਸਾਲਾਂ ਜਸਵਿੰਦਰ ਸਿੰਘ ਦੀ ਲੈਬਨਾਨ 'ਚ ਅਚਾਨਕ ਅੱਗ ਵਿੱਚ ਝੁਲਸਣ ਨਾਲ ਮੌਤ ਹੋ ਗਈ ਹੈ। दूर एक पिंड विच छोटा जिहा घर सी, कच्चियां सी कंधां, ओहदा बोड़ा जिहा दर सी। अम्मी मेरी चिंता ते बापू मेरा डर सी। उदों मेरी औद यारो मसां फुल भर सी, जदों दा साडे नाल खुशियां नूं वैर है। पंजाबी दे मशहूर लेखक सुरजीत पात्र दीआं इह लाइनां शायद बरनाला जिले दे पिंड महल कलां दे जसविंदर सिंह दे इस परिवार दे दुख ते काफ़ी हद तक टुकदियां ने। 22 साल ਦੀ ਭਰ ਜਵਾਨੀ ਵਿੱਚ ਜਸਵਿੰਦਰ ਸਿੰਘ ਕੁਝ ਆਸਾਂ ਤੇ ਉਮੀਦਾਂ ਲੈ ਕੇ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਵਿੱਚ ਕਮਾਈ ਕਰਨ ਗਿਆ ਸੀ, ਪਰ ਅਚਾਨਕ ਉਸ ਦੀ ਮੌਤ ਦੀ ਖਬਰ ਨੇ ਪਰਿਵਾਰ ਵਾਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਉਹਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਜਸਵਿੰਦਰ ਸਿੰਘ 3 ਸਾਲ ਪਹਿਲਾਂ ਲਿਬਨਾਨ ਗਿਆ ਸੀ ਅਤੇ ਉੱਥੋਂ ਦੇ ਬੈਤੂਨ ਸ਼ਹਿਰ ਵਿੱਚ ਗੱਡੀਆਂ ਦੇ ਗੈਰਾਜ ਵਿੱਚ ਕੰਮ ਕਰਦਾ ਸੀ ਅਤੇ ਰਾਤ ਦੇ ਸਮੇਂ ਕੰਮ ਤੋਂ ਵਿਹਲਾ ਹੋ ਕੇ ਜਦੋਂ ਉਹ ਆਪਣੇ ਕਮਰੇ ਵਿੱਚ ਸੌਂ ਗਿਆ ਤਾਂ ਕਮਰੇ ਵਿੱਚ ਅਚਾਨਕ ਅੱਗ ਲੱਗਣ ਨਾਲ ਉਸ ਦੀ ਮੌਤ ਹੋ ਗਈ। उधर परिवारक मैंबरां ने भारत सरकार तो मंग की है कि जसविंदर सिंह की मृतक देह नूं उसके घर लियाउण विच मदद की जाए अते अग लगन के कारणों का पता लगाया जाए। ਕੰਮ ਜਾਣ ਸਾਨੂੰ ਕੰਮ ਮਿਲ ਗਿਆ ਸੀ, ਕੋਈ ਇਹੋ ਗੱਲ ਨਹੀਂ। ਭਾਣਾ ਦਾ ਬਸ ਆਹੀ ਦੱਸਦਾ ਜੀ, ਉੱਥੋਂ ਫੋਨ ਆਇਆਗਾ, ਭਾਣ ਜਾ ਰਿਹਾ ਮੇਰਾ ਉੱਥੇ, ਉਹਨਾਂ ਨੇ ਫੋਨ ਕਰਿਆ ਵੀ ਮਤਲਬ ਵੀ ਅੱਗ ਲਾ ਕੇ ਮਕਾਨ ਨੂੰ ਦੀ ਡੈਥ ਹੋ ਗਈ, ਸੁੱਤੇ ਪਏ ਅੱਗ ਲੱਗੀ। ਕਾਰਨਾਂ ਦਾ ਸਾਨੂੰ ਕੋਈ ਪਤਾ ਨਹੀਂ। ਅਸੀਂ ਤਾਂ ਮੰਗ ਇਹੀ ਕਰਦੇ ਆ ਵੀ ਜੇ ਤਾਂ ਉਹਦੀ ਮਤਲਬ ਲਾਸ਼ ਇੱਧਰ ਆਉਣ ਜੋਗਾ ਤਾਂ ਸਾਡੀ ਮਦਦ ਕਰੀਏ, ਵੀ ਲਾਸ਼ ਸਾਡੀ ਮਤਲਬ ਸਰਕਾਰ ਤੋਂ ਹੀ ਮੰਗ ਕਰਦਾ ਵੀ ਭੇਜਣ ਦਾ ਉਪਰਾਲਾ ਕਰਿਆ ਜਾਵੇ। ਜਸਵਿੰਦਰ ਸਿੰਘ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਹੀ ਸੋਗ ਦਾ ਮਾਹੌਲ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਮਕਸਦ ਨਾਲ ਜਸਵਿੰਦਰ ਲਿਬਨਾਨ ਗਿਆ ਸੀ, ਪਰ ਉਸ ਦੀ ਮੌਤ ਨਾਲ ਪਰਿਵਾਰ ਤੇ ਹੋਰ ਵੀ ਸੰਕਟ ਵੱਧ ਗਿਆ ਹੈ। ਦਾ ਮੁੰਡਾ ਸੀ ਜੀ, ਗਰੀਬ ਪਰਿਵਾਰ ਦਾ ਸੀ, ਬਹੁਤ ਮਿਹਨਤ ਨਾਲ ਬਾਹਰ ਭੇਜਿਆ ਸੀਗਾ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਇਹਦੀ ਡੈੱਡ ਬੋਡੀ ਪਿੰਡ ਪਹੁੰਚ ਜਾਏ। ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਵੀ ਇਹ ਪਤਾ ਜ਼ਰੂਰ ਕਰਕੇ ਸਾਨੂੰ ਦੱਸਣ ਵੀ ਇਹਦੀ ਕਿਵੇਂ ਮੌਤ ਹੋਈ ਹੈ। ਰੋਜੀ ਦੀ ਖਾਤਰ ਆਪਦੇ ਘਰ ਦੇ ਹਾਲਾਤ ਠੀਕ ਹੋਣ ਦੀ ਖਾਤਰ ਬਾਹਰ ਭੇਜਦੇ ਨੇ, ਪੈਸੇ ਲੈ ਦੇ ਕੇ ਲੋਕਾਂ ਤੋਂ ਫੜ ਕੇ ਵਿਆਹ ਤੇ ਕਿਸੇ ਤਰ੍ਹਾਂ ਵੀ ਕਰਕੇ, ਤੇ ਅਸੀਂ ਇਹ ਜਿਹੜਾ ਭਾਣਾ ਵਾਪਰਿਆ ਉਹਦੇ ਬਾਰੇ ਸਰਕਾਰ ਤੋਂ ਪੂਰੀ ਮੰਗ ਕਰਦੇ ਹਾਂ ਕਿ ਸਾਨੂੰ ਇਹਦੇ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇ, ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੇ ਕਤਲ ਹੋਣ ਅਤੇ ਉਹਨਾਂ ਉੱਤੇ ਜਾਨਲੇਵਾ ਹਮਲੇ ਹੋਣ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਨੇ, ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਕਦੋਂ ਰੁਕੇਗਾ ਮੌਤ ਦਾ ਇਹ ਮੰਜ਼ਰ। ਬਰਨਾਲਾ ਤੋਂ ਕਮਲਜੀਤ ਸੰਧੂ ਦੇ ਨਾਲ ਜਰਮਨਜੀਤ ਸਿੰਘ ਰੰਧਾਵਾ, ਡੇ ਐਂਡ ਨਾਈਟ ਨਿਊਜ਼। ਅੰਮ੍ਰਿਤਸਰ ਵਿਖੇ ਪੰਜਾਬ ਪੁਲਿਸ ਦੇ NRI ਸੈੱਲ ਨੇ ਮਲੇਸ਼ੀਆ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਦੀ ਜ਼ਮੀਨ ਤੇ ਮਿਲੀ ਭਗਤ ਰਾਹੀਂ ਕਬਜ਼ਾ ਕਰਨ ਦੇ ਦੋਸ਼ ਹੇਠ ਪਟਵਾਰੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। NRI ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਦਰਅਸਲ ਇਹ ਮਾਮਲਾ ਜ਼ਿਲ੍ਹਾ ਤਰਨਤਾਰਨ ਵਿਖੇ ਪਿੰਡ ਰਾਹਲ ਚਾਹਲ ਦਾ ਹੈ, ਜਿੱਥੇ ਦੀ 5.5 ਏਕੜ ਜ਼ਮੀਨ ਦਾ ਝੂਠਾ ਇੰਤਕਾਲ ਚੜਾਇਆ ਗਿਆ। 2 ਭਰਾ ਸਨ, ਰੂੜ ਸਿੰਘ ਅਤੇ ਚੂੜ ਸਿੰਘ। ਚੂੜ ਸਿੰਘ ਮਲੇਸ਼ੀਆ 'ਚ ਰਹਿਣ ਲੱਗ ਪਿਆ ਸੀ ਅਤੇ ਉਸ ਦੀ ਜ਼ਮੀਨ ਸੀ। ਚੂੜ ਸਿੰਘ ਦੇ ਭਰਾ ਰੂੜ ਸਿੰਘ ਦੇ ਪੋਤਰਿਆਂ ਨੇ ਚੂੜ ਸਿੰਘ ਨੂੰ 1970 ਵਿੱਚ ਮਰਿਆ ਦੱਸ ਕੇ ਪਟਵਾਰੀ ਸੁਰਿੰਦਰ ਸਿੰਘ ਨਾਲ ਮਿਲੀ ਭੁਗਤ ਕੀਤੀ ਅਤੇ ਆਪਣੇ ਨਾਂ ਤੇ ਇੰਤਕਾਲ ਚੜਵਾ ਲਿਆ, ਜਦਕਿ ਚੂੜ ਸਿੰਘ ਦੀ ਮੌਤ 1980 ਵਿੱਚ ਹੋਈ। ਚੂੜ ਸਿੰਘ ਦੇ ਪਰਿਵਾਰ ਨੇ ਭਾਰਤ ਵਿੱਚ ਰਹਿ ਰਹੇ ਆਪਣੇ ਰਿਸ਼ਤੇਦਾਰ ਦਿਲਬਾਗ ਦੇ ਨਾਂ ਪਾਵਰ ਆਫ ਅਟਾਰਨੀ ਕਰ ਦਿੱਤੀ ਅਤੇ ਦਿਲਬਾਗ ਸਿੰਘ ਨੇ ਚੂੜ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਈ ਥਾਈਂ ਧੱਕੇ ਖਾਧੇ, ਪਰ ਉਸ ਦੀ ਕਿਸੇ ਨੇ ਨਹੀਂ ਸੁਣੀ। ਸਾਡਾ ਕੇਸ ਜੀ 2.5 ਸਾਲ ਚੱਲਿਆ ਜੀ। 2.5 ਸਾਲ ਬਾਅਦ SDM ਨੇ ਜੋ ਪੈਲੀ ਚੂੜ ਸਿੰਘ ਦੇ ਬੱਚਿਆਂ ਦੇ ਨਾਂ ਕੀਤੀ। ਫਿਰ ਅਸੀਂ ਜਦੋਂ ਉੱਥੇ ਪੈਲੀ ਦਾ ਕਬਜ਼ਾ ਲੈਣ ਜਾਂਦੇ ਸੀ, ਉੱਥੋਂ ਦੇ ਉਹ ਬਹੁਤ ਸਾਡੇ ਨਾਲ ਬੁਰਾ ਭਲਾ ਬੋਲਦੇ ਸੀ। ਫਿਰ ਉਹਨਾਂ ਨੇ ਕਿਹਾ, ਪੰਚਾਇਤ ਦੇ ਵਿੱਚ ਕਿਹਾ ਕਿ ਚੂੜ ਸਿੰਘ ਦੀ ਬੇਟੀ ਇੰਡੀਆ ਆ ਜੇ। ਚੂੜ ਸਿੰਘ ਦੀ ਬੇਟੀ 2012 'ਚ ਫਰਵਰੀ 'ਚ ਇੰਡੀਆ ਆਈ। ਉਹਨਾਂ ਨੇ ਫਿਰ ਵੀ ਕੋਈ ਸੁਣਵਾਈ ਨਹੀਂ ਕੀਤੀ। ਅਸੀਂ ਉੱਥੇ ਚੋਲਾ ਸਾਹਿਬ ਦਰਖਾਸਤ ਦਿੱਤੀ, ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਖੀਰ ਦਿਲਬਾਗ ਸਿੰਘ ਨੇ ਪੰਜਾਬ ਪੁਲਿਸ ਦੇ NRI ਸੈੱਲ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ NRI ਸੈੱਲ ਨੇ 2 ਮਹੀਨੇ ਸੀਨੀਅਰ ਅਫਸਰਾਂ ਤੋਂ ਪੜਤਾਲ ਕਰਵਾ ਕੇ ਪਰਚਾ ਦਰਜ ਕਰਵਾ ਲਿਆ।
ਅਤੇ ਪਰਚਾ ਦਰਜ ਕਰਨ ਤੋਂ ਤੁਰੰਤ ਬਾਅਦ ਕੁਝ ਘੰਟਿਆਂ ਵਿੱਚ ਹੀ ਪਟਵਾਰੀ ਸੁਰਿੰਦਰ ਸਿੰਘ, ਜਗੀਰ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਰਖਾਸਤ ਆਈ ਸੀ ਦਿਲਬਾਗ ਸਿੰਘ ਵੱਲੋਂ, ਮੁਦਈ ਵੱਲੋਂ, ਕਿ ਉਹਨਾਂ ਦੇ ਰਿਸ਼ਤੇਦਾਰ ਸੀਗੇ ਦੋ ਪਹਿਲਾਂ ਭਰਾ ਸੀ, ਰੂੜ ਸਿੰਘ ਤੇ ਚੂੜ ਸਿੰਘ, ਪਿੰਡ ਰਾਲ ਚਾਲ ਦੇ। ਚੂੜ ਸਿੰਘ ਬਰਦਰ ਚੂੜ ਸਿੰਘ ਇਜ਼ ਰੈਜ਼ੀਡੈਂਟ ਆਫ ਮਲੇਸ਼ੀਆ ਰਹਿੰਦੇ ਸੀ, ਤੇ ਉਹ ਜਿਹੜੇ ਰੂੜ ਸਿੰਘ ਦੇ ਗਾਂ ਪੁੱਤਰੇ ਸੀ, ਉਹਨਾਂ ਨੇ ਇੱਥੇ ਦੀ ਜ਼ਮੀਨ ਤੇ ਇੱਕ ਜਾਲੀ ਡੈਥ ਸਰਟੀਫਿਕੇਟ ਬਣਾ ਕੇ ਕਿ ਰੂੜ ਸਿੰਘ ਨੂੰ ਮਰਿਆ ਦਿਖਾ ਕੇ 1980 ਦੇ ਵਿੱਚ ਉਹ ਸ਼ੋਅ ਕਰਕੇ ਤੇ 2005 ਦੇ ਵਿੱਚ ਜਿਹੜੀ ਪੈਲੀ 5.5 ਏਕੜ ਸੀ ਉਹਦਾ ਇੰਤਕਾਲ ਆਪਣੇ ਨਾਲ ਚੜਾ ਲਿਆ ਸੀਗਾ। ਤੇ ਮਿਲੀ ਭੁਗਤ ਸੀ ਪਟਵਾਰੀ ਦੀ ਤੇ ਇਹਨਾਂ ਦੋ ਮੁਲਜ਼ਮਾਂ ਦੀ। ਇਹਦੇ 'ਚ ਇਨਕੁਆਇਰੀ ਕੀਤੀ ਸੀ ਇਸ ਥਾਣੇ ਨੇ, ਇਸ ਉੱਪਰ ਇਨਕੁਆਇਰੀ ਕੀਤੀ ਡਿਪਟੀ ਸਾਹਿਬ ਜਲੰਧਰ ਨੇ, ਇਨਕੁਆਇਰੀ ਕੀਤੀ ਸੀ DSP NRI ਜਲੰਧਰ ਨੇ। ਫਿਰ ਉੱਚ ਅਫਸਰਾਂ ਦੇ ਹੁਕਮ ਦੇ ਅਨੁਸਾਰ ਆ ਕੇਸ ਇਟ ਹੈਜ਼ ਬੀਨ ਰਜਿਸਟਰਡ ਇਨ ਦਿਸ ਪੁਲਿਸ ਸਟੇਸ਼ਨ। ਤੇ ਉਹਦੇ ਬੇਸ ਤੇ ਅਸੀਂ ਲੇਟ ਆਵਰਸ ਕੇਸ ਰਜਿਸਟਰ ਕੀਤਾ ਐਂਡ ਵਿਦਨ ਫਿਊ ਆਵਰ 2-3 ਘੰਟੇ ਬਾਅਦ ਹੀ ਅਸੀਂ ਉੱਥੇ ਜਾ ਕੇ ਰੇਡ ਕਰਕੇ ਅਰਲੀ ਮਾਰਨਿੰਗ ਉਹਨਾਂ 'ਚੋਂ 3 ਮੁਲਜ਼ਮਾਂ 'ਚੋਂ ਇੱਕ ਪਟਵਾਰੀ ਤੇ ਇੱਕ ਬ੍ਰਦਰ ਸੀਗਾ ਸੁਰਜੀਤ, ਅਸੀਂ ਉਹਨਾਂ ਨੂੰ ਮੌਕੇ 'ਤੇ ਹੀ ਫੜ ਲਿਆ, ਫੜ ਕੇ ਪਰਚਾ ਨਾਲ ਅਰੈਸਟ ਪਾਤੀ ਹੈ। ਥਰਡ ਦੀ ਵੀ ਜੇ ਤੀਜਾ ਹੈਗਾ ਉਹਦੀ ਵੀ ਅਸੀਂ ਅਰੈਸਟ ਛੇਤੀ ਪਾ ਲਾਂਗੇ। ਸ਼ਿਕਾਇਤਕਰਤਾ ਦਿਲਬਾਗ ਸਿੰਘ NRI ਸੈੱਲ ਦੀ ਕਾਰਗੁਜ਼ਾਰੀ ਤੋਂ ਕਾਫੀ ਖੁਸ਼ ਹੈ, ਜਿਸ ਰਾਹੀਂ ਤਸ਼ੱਦਦ ਅਤੇ ਧੱਕੇਸ਼ਾਹੀਆਂ ਦੇ ਸ਼ਿਕਾਰ NRI ਲੋਕਾਂ ਨੂੰ ਇਨਸਾਫ ਦੀ ਆਸ ਬਚਦੀ ਹੈ। ਅੰਮ੍ਰਿਤਸਰ ਤੋਂ ਕੈਮਰਾਮੈਨ ਸਿਕੰਦਰ ਅਤੇ ਪੱਤਰਕਾਰ ਰਾਜਨ ਗੁਸਾਈ ਦੇ ਨਾਲ ਇੰਦਰਜੀਤ ਕੌਰ, ਡੇ ਐਂਡ ਨਾਈਟ ਨਿਊਜ਼। ਤਸਮਾਨੀਆ ਯੂਨੀਵਰਸਿਟੀ ਆਸਟ੍ਰੇਲੀਆ ਵਿੱਚ PhD ਕਰ ਰਹੀ ਫਗਵਾੜਾ ਦੀ ਨਤਾਸ਼ਾ ਨਾਰੰਗ ਦੇ ਲਾਪਤਾ ਹੋਣ ਦਾ ਭੇਦ ਹਲੇ ਤੱਕ ਬਰਕਰਾਰ ਹੈ। ਆਸਟ੍ਰੇਲੀਆ ਵਿੱਚ ਨਤਾਸ਼ਾ ਦੇ ਪਤੀ ਸੰਦੀਪ ਨਾਰੰਗ ਨੇ ਆਸ਼ੰਕਾ ਜਤਾਈ ਹੈ ਕਿ ਉਹ ਪੜ੍ਹਾਈ ਦੇ ਡਰ ਤੋਂ ਕਿਤੇ ਚਲੀ ਗਈ ਹੈ, ਪਰ ਨਤਾਸ਼ਾ ਦੇ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਉਹਨਾਂ ਦੇ ਜਵਾਈ ਨੇ ਹੀ ਉਸ ਨੂੰ ਮਾਰ ਕੇ ਗਾਇਬ ਕਰ ਦਿੱਤਾ ਹੈ। ਸਾਲਾ ਭਾਰਤੀ ਵਿਦਿਆਰਥਣ ਨਤਾਸ਼ਾ ਨਾਰੰਗ ਤਕਰੀਬਨ 1.5 ਹਫ਼ਤਾ ਪਹਿਲਾਂ ਆਸਟ੍ਰੇਲੀਆ ਵਿੱਚ ਲਾਪਤਾ ਹੋ ਗਈ ਸੀ ਤੇ ਲਾਪਤਾ ਹੋਣ ਤੋਂ ਕੁਝ ਦਿਨ ਬਾਅਦ ਉਸ ਨਾਲ ਸੰਬੰਧਿਤ ਕੁਝ ਚੀਜ਼ਾਂ ਆਸਟ੍ਰੇਲੀਆ ਦੇ ਤਸਮਾਨੀਆ ਸੂਬੇ ਵਿੱਚ ਤਾਮਰ ਦਰਿਆ ਦੇ ਕੰਢੇ ਤੋਂ ਸ਼ੱਕੀ ਹਾਲਤ ਵਿੱਚ ਮਿਲੀਆਂ। ਇਸ ਤੋਂ ਬਾਅਦ ਆਸਟ੍ਰੇਲੀਆ ਪੁਲਿਸ ਨੇ ਨਤਾਸ਼ਾ ਨੂੰ ਲੱਭਣ ਲਈ ਵੱਡੀ ਪੱਧਰ ਤੇ ਮੁਹਿੰਮ ਆਰੰਭੀ ਹੋਈ ਹੈ, ਪਰ ਹਾਲੇ ਤੱਕ ਕੋਈ ਸਫਲਤਾ ਨਹੀਂ ਮਿਲੀ। ਨਤਾਸ਼ਾ ਨਾਰੰਗ, ਜੋ ਕਿ ਫਗਵਾੜਾ ਦੀ ਰਹਿਣ ਵਾਲੀ ਸੀ ਅਤੇ ਆਸਟ੍ਰੇਲੀਆ ਦੀ ਤਸਮਾਨੀਆ ਯੂਨੀਵਰਸਿਟੀ ਵਿੱਚ PhD ਕਰ ਰਹੀ ਸੀ, ਉਹ ਆਪਣੇ ਪਤੀ ਸੰਦੀਪ ਨਾਰੰਗ ਨਾਲ ਨਵੰਬਰ 2012 ਵਿੱਚ ਆਸਟ੍ਰੇਲੀਆ ਆਈ ਸੀ। ਉਸਦੇ ਪਤੀ ਸੰਦੀਪ ਨਾਰੰਗ ਨੇ ਆਸ਼ੰਕਾ ਜਤਾਈ ਹੈ ਕਿ ਉਹ ਪੜ੍ਹਾਈ ਦੇ ਡਰ ਤੋਂ ਕਿਤੇ ਚਲੀ ਗਈ ਹੈ, ਪਰ ਫਗਵਾੜਾ ਵਿੱਚ ਨਤਾਸ਼ਾ ਦੇ ਪਿਤਾ ਨੇ ਸ਼ੱਕ ਜਤਾਇਆ ਕਿ ਉਹਨਾਂ ਦੇ ਜਵਾਈ ਨੇ ਉਸ ਨੂੰ ਮਾਰ ਕੇ ਗਾਇਬ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਆਖਰੀ ਵਾਰ ਯੂਨੀਵਰਸਿਟੀ ਛੱਡਣ ਗਿਆ ਸੀ, ਜਿਸ ਦੇ ਬਾਅਦ ਉਹਨਾਂ ਦੀ ਬੇਟੀ ਦਾ ਕੋਈ ਅਤਾ ਪਤਾ ਨਹੀਂ ਹੈ। वो इसलिए है कि उसको जो रिपोर्टर जो है, रिपोर्ट करने वाला है, वही किलर है। मुझ पर तरस खाएं। मैंने बड़ी मुश्किल से अपनी बेटी को पढ़ाया है, मैंने बड़ी मुश्किल से बेटी को वहाँ भेजा है और मैं तड़प रहा हूँ उसे देखने के लिए। ਫਗਵਾੜਾ ਵਿੱਚ ਨਤਾਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਪਤੀ ਫਗਵਾੜਾ ਵਿੱਚ ਵੀ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਆਸਟ੍ਰੇਲੀਆ ਜਾ ਕੇ ਉਸ ਦਾ ਰਵੱਈਆ ਹੋਰ ਵੀ ਵਿਗੜ ਗਿਆ ਸੀ। ਨਤਾਸ਼ਾ ਦੀ ਭੈਣ ਤਨੀਸ਼ਾ ਮੁਤਾਬਕ ਭਾਰਤੀ ਸਮੇਂ ਅਨੁਸਾਰ 4 ਅਕਤੂਬਰ ਨੂੰ ਸ਼ਾਮ 6 ਵਜੇ ਅਤੇ ਆਸਟ੍ਰੇਲੀਆ ਦੇ ਰਾਤ ਦੇ ਕਰੀਬ 11:30 ਵਜੇ ਉਸ ਦੀ ਫੇਸਬੁੱਕ ਅਤੇ ਸਕਾਈਪ ID ਚਾਲੂ ਸੀ, ਪਰ ਇਸ ਦੌਰਾਨ ਉਹਨਾਂ ਦੋਵਾਂ ਵਿੱਚ ਕੋਈ ਗੱਲਬਾਤ ਨਹੀਂ ਹੋਈ। ਤਨੀਸ਼ਾ ਮੁਤਾਬਕ ਜਦੋਂ ਉਸਨੇ ਰਾਤ 10 ਵਜੇ ਦੁਬਾਰਾ ਆਪਣੀ ID ਲੌਗਇਨ ਕੀਤੀ ਤਾਂ ਨਤਾਸ਼ਾ ਦੀ ID ਉਸ ਸਮੇਂ ਵੀ ਚਾਲੂ ਸੀ, ਜਦੋਂ ਕਿ ਉਸ ਸਮੇਂ ਆਸਟ੍ਰੇਲੀਆ ਵਿੱਚ ਰਾਤ ਦੇ ਕਰੀਬ 3 ਵੱਜ ਰਹੇ ਸਨ। ਉਸਨੇ ਦੱਸਿਆ ਕਿ ਨਤਾਸ਼ਾ ਪਹਿਲਾਂ ਕਦੇ ਵੀ ਇੰਨੀ ਰਾਤ ਤੱਕ ਆਪਣੀ ID ਲੌਗਇਨ ਨਹੀਂ ਰੱਖਦੀ ਸੀ ਅਤੇ ਨਾ ਹੀ ਉਸ ਨਾਲ ਇੰਨੀ ਰਾਤ ਨੂੰ ਗੱਲ ਹੋਈ ਸੀ, ਜਿਸ ਦੇ ਚੱਲਦੇ ਉਹਨਾਂ ਨੂੰ ਉਸ ਦੀ ਫਿਕਰ ਹੋਣ ਲੱਗੀ। ਇਸ ਦੌਰਾਨ ਉਹਨਾਂ ਨੇ ਨਤਾਸ਼ਾ ਨੂੰ ਫੋਨ ਵੀ ਕੀਤਾ, ਪਰ ਉਸਨੇ ਫੋਨ ਨਹੀਂ ਚੁੱਕਿਆ। ਬਾਅਦ ਵਿੱਚ 5 ਅਕਤੂਬਰ ਨੂੰ ਸਵੇਰੇ 6 ਵਜੇ ਨਤਾਸ਼ਾ ਦੇ ਪਤੀ ਸੰਦੀਪ ਦਾ ਫੋਨ ਆਇਆ ਕਿ ਨਤਾਸ਼ਾ ਗੁੰਮ ਹੋ ਗਈ ਹੈ। तब अपने इंडिया के इवनिंग टाइम में मैंने 6 o'clock अपना लैपटॉप खोला, मतलब कि वहाँ के 10:30 बजे, तो नताशा नारंग इज़ ऑनलाइन ऑन स्काइप ID। देन आई वॉज सरप्राइज कि चलो मैंने ये भी डाउट अपना छोड़ दिया कि पढ़ रही होगी, चलो कोई बात नहीं है ना। उसके बाद मैंने रात के इंडिया के 9:30-10 बजे के बीच लैपटॉप खोला। मैंने तो अपनी जस्ट स्काइप ID चेक करने के लिए, फेसबुक चेक करने के लिए ID अपने लैपटॉप ओपन किया, बट जब मैंने ओपन किया देखा नताशा नारंग इज़ ऑनलाइन। फिर हम सरप्राइज थे, ये कैसे हो सकता है कि रात के 2:30-3 बजे वहाँ पे कैसे वो ऑनलाइन शो कैसे हो रही है। तो फिर मैंने मम्मा पापा को भी बताया कि पापा देखो वो ऑनलाइन शो हो रही है। देन वो भी सरप्राइज थे। आज तक उसको साल हो गया, कभी भी नहीं ऐसा हो कि रात के 3 बजे तक वो ऑनलाइन शो हो। उसके हस्बैंड की फ़ोन आया मुझे, कहता कि नताशा मिल नहीं रही, वो मिसप्लेस हो गई है, मैं कल से उसको ढूंढ रहा हूँ।
मैंने कहा वो कैसे, कहाँ चली गई? एकदम से हम शॉक्ड हुए, कैसे चली गई? ऑस्ट्रेलिया में ये कि जहाँ भी है मेरी सिस्टर ढूंढो, जहाँ भी है, चाहे वो जिंदा है या नहीं है, उसको जल्द से जल्द ढूंढ के हमारे सामने करें। ਪਰਿਵਾਰਕ ਮੈਂਬਰਾਂ ਨੇ ਤਸਮਾਨੀਆ ਪੁਲਿਸ ਨੂੰ ਇੱਕ ਮੇਲ ਭੇਜ ਕੇ ਪੂਰੇ ਮਾਮਲੇ ਵਿੱਚ ਉਸ ਦੇ ਪਤੀ ਸੰਦੀਪ ਨਾਰੰਗ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ। ਉਧਰ ਦੂਜੇ ਪਾਸੇ ਨਤਾਸ਼ਾ ਦੇ ਸਹੁਰੇ ਪਰਿਵਾਰ ਨੇ ਸੰਦੀਪ ਅਤੇ ਉਸ ਤੇ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਹਨਾਂ ਮੁਤਾਬਕ 8 ਦਸੰਬਰ 2009 ਨੂੰ ਨਤਾਸ਼ਾ ਅਤੇ ਸੰਦੀਪ ਦਾ ਵਿਆਹ ਹੋਇਆ ਸੀ ਅਤੇ ਉਹ ਬਹੁਤ ਖੁਸ਼ ਸਨ। ਸੰਦੀਪ ਦੇ ਪਿਤਾ ਮੁਤਾਬਕ ਨਤਾਸ਼ਾ ਨੂੰ ਉਹ ਆਪਣੀ ਬੇਟੀ ਦੀ ਤਰ੍ਹਾਂ ਪਿਆਰ ਕਰਦੇ ਸਨ ਅਤੇ ਹੁਣ ਉਹ ਆਪਣੀ ਨੂੰਹ ਨਤਾਸ਼ਾ ਨੂੰ ਲੱਭਣ ਲਈ ਖੁਦ ਆਸਟ੍ਰੇਲੀਆ ਜਾ ਰਹੇ ਨੇ। मेरे तो बेटे बेटी बच्चा नहीं होता, 4-5 साल का बच्चा, ऐसे रिलेशन थे उसके साथ, इतना प्यार था। मेरी बहन इतने साल रही, उसने इतना प्यार नहीं जितना मुझे इसने दिया। मैं बिल्कुल संतुष्ट हूँ। ऑस्ट्रेलिया देखो उन्होंने क्या किया, पहला प्रोसेस था इससे पूछा जो उन्होंने क्वेश्चन पूछे, फिर उसने हेलीकॉप्टर आई, 2-3 हेलीकॉप्टर आई, रिसर्च किया, फिर कपड़े देखे, पानी में डुबकी लगाकर वो भेजे, वो देखा उसने, सभी अस्पताल देखे। मैं कहता वो मेरा लड़का कह रहा है, अगर मेरा भाई भी होता, मेरे रिश्तेदार भी होते, वो भी ऐसा नहीं कर सकते थे जो ऑस्ट्रेलिया गवर्नमेंट ने किया है। पुलिस अभी भी सर्च कर रही है, कल दोबारा सर्च करेगी रिवर में। तो ये शक है कि उसने सुसाइड किया है नताशा ने, लेकिन मुझे नहीं लगता कि उसने सुसाइड किया है। अगर उनको ये लग रहा है कि मैंने इसका मर्डर किया तो यहाँ पे आए, मुझे सजा दिलवाएं, इन्वेस्टिगेशन में पुलिस की हेल्प करें। वो यहाँ पे क्यों नहीं आ रहे? मेरा पहला और आखिरी सवाल ये है, वो यहाँ पे क्यों नहीं आ रहे, मेरे पास क्यों नहीं आ रहे, मेरे से बात क्यों नहीं कर रहे? और जिस दिन पहले दिन इन्होंने फेसबुक पे ये बातें डालनी शुरू की थी, मैं खुद पुलिस के पास गया था और मैंने उनको बोला था कि अगर आपको मेरे पे थोड़ा सा भी शक है तो जिस तरह की इन्वेस्टिगेशन आप करना चाहते हो करो, मैं यहाँ बैठा हूँ। आपने अगर मेरा लाई डिटेक्टर टेस्ट करना है वो भी मैं तैयार बैठा हूँ, यहाँ पे मेरा टेस्ट करूँगा। ਜਿੱਥੇ ਆਸਟ੍ਰੇਲੀਆ ਤੋਂ ਨਤਾਸ਼ਾ ਦੇ ਪਤੀ ਸੰਦੀਪ ਨੇ ਫੋਨ ਤੇ ਦੱਸਿਆ ਕਿ ਨਤਾਸ਼ਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਨੇ, ਚਾਹੇ ਉਸ ਦਾ ਲਾਈ ਡਿਟੈਕਟਰ ਟੈਸਟ ਕਰਵਾ ਲਿਆ ਜਾਵੇ। ਉੱਥੇ 90% ਦੀ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਨਤਾਸ਼ਾ ਦੇ ਪਿਤਾ ਨੇ ਆਪਣੀ ਬੇਟੀ ਦੇ ਜ਼ਿੰਦਾ ਹੋਣ ਦੀ ਉਮੀਦ ਛੱਡ ਦਿੱਤੀ ਹੈ। ਉੱਥੇ ਸੰਦੀਪ ਦੇ ਪਿਤਾ ਨੇ ਆਸ ਪ੍ਰਗਟਾਈ ਹੈ ਕਿ ਉਹਨਾਂ ਦੀ ਨੂੰਹ ਜ਼ਰੂਰ ਲੱਭ ਜਾਵੇਗੀ। ਪਰ ਆਸਟ੍ਰੇਲੀਆ ਵਿੱਚ PhD ਕਰਨ ਗਈ ਨਤਾਸ਼ਾ ਕਿਹਨਾਂ ਹਾਲਾਤਾਂ ਵਿੱਚ ਅਤੇ ਕਿਵੇਂ ਲਾਪਤਾ ਹੋ ਗਈ ਅਤੇ ਲਾਪਤਾ ਹੋਣ ਤੋਂ ਬਾਅਦ ਉਸ ਨਾਲ ਕੀ ਹੋਇਆ, ਇਹਨਾਂ ਸਾਰੀਆਂ ਗੱਲਾਂ ਦਾ ਭੇਦ ਹਾਲੇ ਬਰਕਰਾਰ ਹੈ। ਬਿਊਰੋ ਰਿਪੋਰਟ ਡੇ ਨਾਈਟ ਨਿਊਜ਼ ਚੰਡੀਗੜ੍ਹ। ਚੰਡੀਗੜ੍ਹ ਵਿੱਚ ਇੱਕ ਪ੍ਰਵਾਸੀ ਭਾਰਤੀ ਮਹਿਲਾ ਨੇ ਉਸ ਨਾਲ ਇੱਕ ਦੁਕਾਨਦਾਰ ਵੱਲੋਂ ਬਦਤਮੀਜ਼ੀ ਕਰਨ ਦੇ ਮਾਮਲੇ ਵਿੱਚ ਅਦਾਲਤ ਦਾ ਰੁਖ ਕਰਨ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਨਾਲ ਸੰਬੰਧਿਤ ਅਨੀਸ਼ਾ ਗੁਪਤਾ ਦਾ ਦੋਸ਼ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਨਹੀਂ ਕੀਤੀ। ਇਹ ਨੇ NRI ਅਨੀਸ਼ਾ ਗੁਪਤਾ। ਆਸਟ੍ਰੇਲੀਆ ਵਿੱਚ ਰਹਿਣ ਵਾਲੀ ਅਨੀਸ਼ਾ ਗੁਪਤਾ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਅੱਜਕੱਲ੍ਹ ਪੰਚਕੂਲਾ ਰਹਿ ਰਹੀ ਹੈ। ਇਹਨਾਂ ਦੀ ਸ਼ਿਕਾਇਤ ਹੈ ਕਿ 8 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿੱਚ ਇੱਕ ਦੁਕਾਨਦਾਰ ਨੇ ਇਹਨਾਂ ਨਾਲ ਕੁੱਟਮਾਰ ਕੀਤੀ ਅਤੇ ਗਾਲਾਂ ਕੱਢੀਆਂ। ਦਰਅਸਲ ਸੈਕਟਰ 34 ਵਿੱਚ ਇਹਨਾਂ ਦੇ ਪਤੀ ਅਸ਼ੋਕ ਗੋਇਲ ਦਾ ਆਫਿਸ ਹੈ ਅਤੇ 8 ਅਕਤੂਬਰ ਨੂੰ ਅਨੀਸ਼ਾ ਉਹਨਾਂ ਦੇ ਦਫ਼ਤਰ ਹੀ ਗਈ ਸੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਅਸ਼ੋਕ ਗੋਇਲ ਦੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਨੇ ਇਸੇ ਸੈਕਟਰ ਵਿੱਚ ਸਥਿਤ ਕੁਦਰਤ ਇਨਫੋਟੈਕ ਦੇ ਇੱਕ ਕੰਪਿਊਟਰ ਮਾਊਸ ਖਰੀਦ ਕੇ ਲਿਆਇਆ ਅਤੇ ਮਾਊਸ ਖਰਾਬ ਨਿਕਲਿਆ। ਅਨੀਸ਼ਾ ਦਾ ਦੋਸ਼ ਹੈ ਕਿ ਜਦੋਂ ਮਾਊਸ ਬਦਲਣ ਲਈ ਕੁਦਰਤ ਇਨਫੋਟੈਕ ਗਈ ਤਾਂ ਦੁਕਾਨ ਦੇ ਮਾਲਿਕ ਰਾਜੀਵ ਤ੍ਰੇਹਨ ਨੇ ਖਰਾਬ ਮਾਊਸ ਬਦਲਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਅਨੀਸ਼ਾ ਅਤੇ ਦੁਕਾਨਦਾਰ ਵਿੱਚ ਤੂ-ਤੂ ਮੈਂ-ਮੈਂ ਹੋ ਗਈ। ਅਨੀਸ਼ਾ ਮੁਤਾਬਕ ਦੁਕਾਨਦਾਰ ਨੇ ਪਹਿਲਾਂ ਉਹਨਾਂ ਨੂੰ ਧੱਕਾ ਮਾਰਿਆ ਅਤੇ ਫਿਰ ਉਸ ਤੋਂ ਬਾਅਦ ਗਾਲਾਂ ਕੱਢੀਆਂ ਤੇ ਕੁੱਟਮਾਰ ਕੀਤੀ। मैंने एक माउस मंगवाया था अपने एक ऑफिस बॉय को भेज के, मेरे हस्बैंड का CA का वहाँ पे ऑफिस है 34 में, तो वो माउस लेके आया तो वो डिफेक्टिव पीस निकला। फिर मैंने उसको वापस करने को भेजा तो दुकानदार ने वापस लेने से मना कर दिया और उसको बोलता कि आपको जाके कस्टमर सर्विस सेंटर में जाके ही चेंज कराना पड़ेगा। तो मैंने उसको वापस करने को जब उसको रिक्वेस्ट की दुकानदार को, तो उसने बहुत गंदी गंदी बातें बोलनी शुरू कर दी मुझे। मैंने उसको बोला भी कि भैया ऐसे आपकी रिक्वेस्ट ही कर रही हूँ कि ये एक आपने माउस जो दिया है डिफेक्टिव है, वो आपको चेंज करना चाहिए। तो वो मेरे साथ गाली गलौज के ऊपर आ गया और उसने मुझे फिर बड़ी ज़ोर से धक्का मारा पहले दुकान से बाहर निकालने के लिए। तो जब मैंने वो उठ के पूछा कि ये कोई बदतमीजी थोड़ी ना कि आप ऐसे कस्टमर के साथ कैसे डील करते हैं आप, तो उसने मुझे फिर थप्पड़ मारने शुरू कर दिए वहीं पे दुकान के ऊपर ही अपने। ਇਸ ਤੋਂ ਬਾਅਦ ਅਨੀਸ਼ਾ ਨੇ ਆਪਣੇ ਪਤੀ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਦੋਹਾਂ ਪਾਰਟੀਆਂ ਨੂੰ ਥਾਣੇ ਬੁਲਾਇਆ। ਅਨੀਸ਼ਾ ਮੁਤਾਬਕ ਪੁਲਿਸ ਨੇ ਦੁਕਾਨਦਾਰ ਖਿਲਾਫ ਮਾਮੂਲੀ ਜਿਹੀ ਧਾਰਾ ਲਾ ਕੇ ਮਹਿਜ਼ ਖਾਨਾਪੂਰਤੀ ਕਰਕੇ ਉਹਨੂੰ ਛੱਡ ਦਿੱਤਾ। फिर मैंने पुलिस को बुलाया, पुलिस वाले आए वहाँ पे, दोनों को हमें ले गए वो पुलिस स्टेशन की लड़ाई झगड़े का, पर पुलिस वालों ने कोई एक्शन नहीं लिया उसके अगेंस्ट। शाम को ही उसको वापस छोड़ दिया
जो मैंने कंप्लेंट दी थी उसमें मैंने असॉल्ट का ही लिखा था कि मेरे ऊपर असॉल्ट हुआ है, मेरे साथ बदतमीज़ी कही गई है एक लेडी के साथ, उसके साथ मारा पीटी करी गई है। बट जो पुलिस ने केस बनाया उसके अगेंस्ट सिर्फ 751 का बनाया और उसमें सिर्फ लड़ाई झगड़े का केस बना के उसको उसी टाइम छोड़ दिया, उसके ऊपर कोई भी कार्रवाई नहीं की गई है। ਇਸ ਤੋਂ ਨਿਰਾਸ਼ ਹੋकर ਅਨੀਸ਼ਾ ਐਸਐਸਪੀ ਦਫ਼ਤਰ ਗਈ, ਪਰ ਉੱਥੇ ਵੀ ਉਸ ਨੂੰ ਇਨਸਾਫ ਦੀ ਉਮੀਦ ਨਹੀਂ ਦਿਖਾਈ ਦੇ ਰਹੀ। ਇਸ ਲਈ ਅਨੀਸ਼ਾ ਨੇ ਹੁਣ ਅਦਾਲਤ ਤੋਂ ਇਨਸਾਫ ਮੰਗਣ ਦਾ ਫੈਸਲਾ ਕੀਤਾ ਹੈ ਅਤੇ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੈ। मैं चाहती हूँ कि जैसे उसने मुझे पर असॉल्ट किया है, एक लेडी के साथ इतनी गंदी गंदी बातें करना, एक लेडी को बोलना कि तुम गुंडे हो और तुम औरत के नाम पे धब्बा हो और उसके साथ मार पिटाई करनी सिर्फ एक माउस चेंज करने के पीछे, इतनी सी बात के ऊपर उसने मेरे साथ इतनी बुरी बुरी बातें करी मुझे और इतनी बुरी तरह मारा पीटा। उसने मेरी एक लेफ्ट आई के ऊपर इतनी ज़ोर से उसने मुझे हिट किया कि मेरी पूरी स्वेलिंग हुई है। आज इस बात को 7-8 दिन हो चुके हैं पर मेरे अभी भी दर्द है मेरी आइज़ की। ਹਾਲਾਂਕਿ ਦੁਕਾਨਦਾਰ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਰਿਹਾ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਅਨੀਸ਼ਾ ਨੇ ਹੀ ਉਹਨਾਂ ਦੀ ਦੁਕਾਨ ਤੇ ਆ ਕੇ ਤੋੜਪੰਨ ਕੀਤੀ ਅਤੇ ਉਸਨੇ ਵੀ ਅਨੀਸ਼ਾ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਮੇਰੇ ਇੱਥੇ ਸਰ ਇੱਕ ਲੇਡੀ ਆਈ, ਉਹਨੇ ਆਂਦੇ ਉਹਦਾ ਮੁੰਡਾ ਮੇਰੇ ਕੋਲ ਮਾਊਸ ਲੈ ਕੇ ਗਿਆ ਸੀਗਾ, ਉਹਦਾ ਮਾਊਸ ਮੈਂ ਚੇਂਜ ਕਰਨ ਨੂੰ ਵੀ ਤਿਆਰ ਸੀ, ਉਹ ਸੇਮ ਕੰਪਨੀ ਦਾ ਦੂਜਾ ਮਾਊਸ ਮੇਰੇ ਕੋਲ ਲੈ ਕੇ ਜਾ ਰਿਹਾ ਸੀਗਾ। ਮੈਡਮ ਆ ਗਈ, ਕਹਿੰਦੀ ਮੇਰੇ ਕੋਲ ਇਹੀ ਕੰਪਨੀ ਦਾ ਮਾਊਸ ਚਾਹੀਦਾ। ਆਪਾਂ ਕਿਹਾ ਕਿ ਇਹ ਕੰਪਨੀ ਦਾ ਮਾਊਸ ਖਤਮ ਹੈਗਾ, ਹੋਰ ਦੂਜੀ ਕੰਪਨੀ ਦਾ ਸੇਮ ਪ੍ਰਾਈਸ 'ਚ ਲੈ ਲਓ, ਜਾਂ ਇਹ ਮਾਊਸ ਮੈਂ ਤੁਹਾਨੂੰ ਕੰਪਨੀ ਸਰਵਿਸ ਸੈਂਟਰ ਦਾ ਨੰਬਰ ਦੇ ਦੇਣਾ, ਉੱਥੇ ਚਲੇ ਜਾਓ, ਉੱਥੇ ਨਾਲ ਦੇ ਨਾਲ ਚੇਂਜ ਹੋ ਜਾਏਗਾ। ਉਹ ਲੇਡੀ ਨੇ ਪੂਰੀ ਗੁੰਡਾਗਰਦੀ ਦਿਖਾਈ, ਕਹਿੰਦੀ ਮੈਨੂੰ ਤੇ ਇੱਥੇ ਹੀ ਮਾਊਸ ਚਾਹੀਦਾ ਚੇਂਜ, ਇਹ ਦੇਖੋ ਕਿਵੇਂ ਨਹੀਂ ਦਿੰਦੇ ਤੁਸੀਂ, ਸਾਰਾ ਸਮਾਨ ਮੇਰਾ ਇੱਧਰ ਉੱਧਰ ਤੋੜਤਾ। ਉਸ ਤੋਂ ਬਾਅਦ ਮੈਂ ਪੁਲਿਸ ਨੂੰ ਕਾਲ ਕੀਤੀ, ਪੁਲਿਸ ਆਈ, ਸਾਨੂੰ ਦੋਨਾਂ ਨੂੰ ਥਾਣੇ ਲੈ ਗਈ। ਪੁਲਿਸ ਨੇ ਪੂਰਾ ਕੇਸ ਦਿੱਤਾ, ਸਾਡੇ ਦੋਨਾਂ ਦੇ ਅਗੇਂਸਟ ਪਰਚਾ ਕਰਤਾ, ਜਦਕਿ ਪਰਚਾ ਉਹਦੇ ਅਗੇਂਸਟ ਹੀ ਬੰਦਾ ਸੀਗਾ, ਸਾਡੇ ਅਗੇਂਸਟ ਤੇ ਬੰਦਾ ਹੀ ਨਹੀਂ ਸੀ। ਸਾਡੀ ਦੁਕਾਨ ਤੇ ਆ ਕੇ ਖੁਦ ਤੋੜ-ਪਾੜ ਕਰ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਦੇ ਸਬੰਧਤ ਅਧਿਕਾਰੀ ਸੰਪਰਕ ਵਿੱਚ ਨਹੀਂ ਆ ਸਕੇ। ਫਿਲਹਾਲ ਔਰਤ ਜਾਂ ਫਿਰ ਦੁਕਾਨਦਾਰ ਵਿੱਚੋਂ ਕਿਸ ਦੀ ਗਲਤੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ। ਪਰ ਐਨਆਰਆਈ ਔਰਤ ਇਸ ਘਟਨਾ ਤੋਂ ਕਾਫੀ ਮਾਯੂਸ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੇ ਕੁਮਾਰ ਅਤੇ ਕੁਲਬੀਰ ਦੀਵਾਨ ਦੇ ਨਾਲ ਇੰਦਰਜੀਤ ਕੌਰ, ਡੇ ਐਂਡ ਨਾਈਟ ਨਿਊਜ਼। ਨਸ਼ੇ ਵਿੱਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਾਹਰ ਕੱਢਣ ਤੇ ਔਰਤਾਂ ਨੂੰ ਆਤਮ ਰੱਖਿਆ ਵਿੱਚ ਨਿਪੁੰਨ ਬਣਾਉਣ ਲਈ ਕਰਾਟੇ ਦੀ ਇੱਕ ਸੰਸਥਾ ਵੱਲੋਂ ਪਹਿਲ ਕੀਤੀ ਗਈ ਹੈ। ਨਸ਼ੇ ਵਿੱਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਾਹਰ ਕੱਢਣ ਅਤੇ ਔਰਤਾਂ ਨੂੰ ਆਤਮ ਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਕਰਾਟੇ ਦੀ ਇੱਕ ਸੰਸਥਾ ਨੇ ਤਰਨਤਾਰਨ ਵਿੱਚ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਕਰਵਾਈ। Karate is very good for physical, strong energy, and you can learn the discipline and learn how to self-defense, and very good one is for the mind and for the heart. So I hope the small boy have the more discipline in the dojo. So I have 3 kids. Self-defense for the girls is very important part because they have more confidence when they more technique, they have more confidence and protection first, and second one they can very good for their life. मैं कराटे इसलिए सीखते हैं अपनी सेफ्टी के लिए, सेल्फ डिफेंस के लिए, और आजकल के हालात हैं उसके लिए अपनी सेफ्टी होती है। आजकल रोड में चलते हुए कोई किसी को छेड़ता है, इसलिए हम कराटे सीखे हैं। ਪੈਸ਼ਨ ਟਾਈਗਰ ਅਕੈਡਮੀ ਵੱਲੋਂ ਕਰਵਾਈ ਗਈ ਇਸ 3 ਦਿਨੀ ਚੈਂਪੀਅਨਸ਼ਿਪ ਦੌਰਾਨ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਕਰਾਟੇ ਕਲਾ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਫੈਲਾਈ ਜਾ ਰਹੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੀ ਰੱਖਿਆ ਲਈ ਆਤਮ ਨਿਰਭਰ ਬਣਾਇਆ ਜਾ ਸਕੇ। ਤਰਨਤਾਰਨ ਤੋਂ ਧਰਮਵੀਰ ਮਲਹਾਰ ਦੇ ਨਾਲ ਜਰਮਨਜੀਤ ਸਿੰਘ ਰੰਧਾਵਾ, ਡੇ ਐਂਡ ਨਾਈਟ ਨਿਊਜ਼। ਹੁਣ ਦੇਖਦੇ ਹਾਂ ਕਿ ਇਸ ਹਫ਼ਤੇ ਪੰਜਾਬੀਆਂ ਨਾਲ ਪਰਦੇਸਾਂ ਵਿੱਚ ਕੀ ਵਾਪਰਿਆ ਹੈ। ਅਮਰੀਕੀ ਮੂਲ ਦੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਮਰਦੀਪ ਕਾਲੇਕੇ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੌਰਾਨ ਅਮਰੀਕੀ ਕਾਂਗਰਸ ਦੇ ਮੈਂਬਰ ਪੌਲ ਬ੍ਰਿਆਨ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ ਅਤੇ ਅਮਰਦੀਪ ਨੇ ਆਸ ਪ੍ਰਗਟ ਕੀਤੀ ਹੈ ਕਿ ਅਮਰੀਕਾ ਵਿੱਚ ਵਸਦੇ ਭਾਰਤੀ ਅਤੇ ਹੋਰ ਦੱਖਣ ਏਸ਼ੀਆਈ ਭਾਈਚਾਰੇ ਦੇ ਲੋਕ ਉਸ ਨੂੰ ਸਮਰਥਨ ਕਰਨਗੇ ਅਤੇ ਉਸ ਦੀ ਜਿੱਤ ਯਕੀਨੀ ਬਣਾਉਣਗੇ। ਇਸ ਲਈ ਉਸਨੇ ਤਿਆਰੀਆਂ ਆਰੰਭ ਦਿੱਤੀਆਂ ਨੇ ਅਤੇ 16 ਅਕਤੂਬਰ ਨੂੰ ਕਾਗਜ਼ ਦਾਖਲ ਕਰੇਗਾ। ਅਮਰਦੀਪ ਕਾਲੇਕੇ ਸਤਵੰਤ ਸਿੰਘ ਕਾਲੇਕੇ ਦਾ ਸਪੁੱਤਰ ਹੈ। ਦੱਸ ਦੇਈਏ ਕਿ ਸਤਵੰਤ ਸਿੰਘ ਕਾਲੇਕੇ ਵਿਸਕੌਨਸਿਨ ਸਥਿਤ ਗੁਰਦੁਆਰੇ ਦੇ ਪ੍ਰਧਾਨ ਸਨ ਅਤੇ ਪਿਛਲੇ ਸਾਲ ਓਕ ਕ੍ਰੀਕ ਗੁਰਦੁਆਰੇ ਵਿੱਚ ਹੋਏ ਜਾਨਲੇਵਾ ਹਮਲੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ। ਇਸ ਵੀਕ ਨਿਊਜ਼ੀਲੈਂਡ ਵਿੱਚ ਇੱਕ ਸਿੱਖ ਲੀਡਰ ਉੱਤੇ ਇਲੈਕਸ਼ਨ ਡਾਕੂਮੈਂਟਸ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਨੇ। ਦੋਸ਼ਾਂ ਮੁਤਾਬਕ ਲੇਬਰ ਪਾਰਟੀ ਦੇ ਮੈਂਬਰ ਦਲਜੀਤ ਸਿੰਘ ਨੇ ਜਿੱਤ ਹਾਸਲ ਕਰਨ ਲਈ ਇਹ ਕੀਤਾ, ਪਰ ਦਲਜੀਤ ਸਿੰਘ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਕੈਲੀਫੋਰਨੀਆ ਯੂਐਸ ਵਿੱਚ ਇੱਕ ਪੰਜਾਬੀ ਸਟੂਡੈਂਟ ਹਰਸਿਮਰਨ ਸਿੰਘ ਨੂੰ ਐਮਟਰੈਕ ਬੱਸ ਵਿੱਚ ਚੜ੍ਹਨ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਕਿਰਪਾਨ ਪਾਈ ਹੋਈ ਸੀ। ਹਮੇਸ਼ਾ ਦੀ ਤਰ੍ਹਾਂ ਉਸ ਦਿਨ ਵੀ ਹਰਸਿਮਰਨ ਕਿਰਪਾਨ ਕੈਰੀ ਕਰ ਰਹੇ ਸਨ। ਜਦ ਦੋ ਪੁਲਿਸ ਵਾਲਿਆਂ ਨੇ ਹਰਸਿਮਰਨ ਨੂੰ ਦੱਸਿਆ ਕਿ ਬੱਸ ਡਰਾਈਵਰ ਵੱਲੋਂ ਇੱਕ ਸ਼ਿਕਾਇਤ ਆਈ ਹੈ ਕਿ ਇੱਕ ਵਿਅਕਤੀ ਹਥਿਆਰ ਸਮੇਤ ਬੱਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਲੰਡਨ ਵਿੱਚ ਇੱਕ 40 ਸਾਲਾ ਪੰਜਾਬੀ ਵਪਾਰੀ ਸ਼ਮੀ ਅਟਵਾਲ ਦਾ ਲੁਟੇਰਿਆਂ ਨੇ ਕਤਲ ਕਰ ਦਿੱਤਾ ਹੈ। 2 ਬੱਚਿਆਂ ਦੇ ਪਿਤਾ ਸ਼ਮੀ ਅਟਵਾਲ ਆਪਣੀ ਪਤਨੀ ਦੀਪਾ ਅਤੇ ਆਪਣੀ ਦੁਕਾਨ ਨੂੰ ਲੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। 10 ਹਥਿਆਰਬੰਦ ਲੁਟੇਰਿਆਂ ਕੋਲ ਹਥੌੜੇ ਅਤੇ ਲੋਹੇ ਦੀਆਂ ਰੋਡਾਂ ਸਨ। ਮੈਲਬੌਰਨ, ਆਸਟ੍ਰੇਲੀਆ ਵਿੱਚ ਇੱਕ ਪੰਜਾਬੀ ਟੈਕਸੀ ਡਰਾਈਵਰ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ 1,10,000 ਆਸਟ੍ਰੇਲੀਆਈ ਡਾਲਰ ਆਪਣੇ ਗਾਹਕਾਂ ਨੂੰ ਵਾਪਸ ਕੀਤੇ। ਦਰਅਸਲ ਕਸਟਮਰਜ਼ ਲਖਵਿੰਦਰ ਸਿੰਘ ਢਿੱਲੋਂ ਦੀ ਕਾਰ ਵਿੱਚ ਇਹ ਪੈਸੇ ਭੁੱਲ ਗਏ ਸਨ। ਕਸਟਮਰਜ਼ ਨੇ ਲਖਵਿੰਦਰ ਸਿੰਘ ਢਿੱਲੋਂ ਨੂੰ $500 ਇਨਾਮ ਦਿੱਤਾ ਅਤੇ ਟੈਕਸੀ ਕੰਪਨੀ ਨੇ ਵੀ ਉਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ। ਦੱਸ ਦਈਏ ਕਿ ਇਹਨਾਂ ਪੈਸਿਆਂ ਦੀ ਭਾਰਤੀ ਕਰੰਸੀ ਵਿੱਚ ਕੀਮਤ 63,80,000 ਰੁਪਏ ਬਣਦੀ ਹੈ। 1984 ਦੇ ਆਪਰੇਸ਼ਨ ਬਲੂ ਸਟਾਰ ਵਿੱਚ ਸ਼ਾਮਲ ਰਹੇ ਲੈਫਟੀਨੈਂਟ ਜਨਰਲ ਸੇਵਾ ਮੁਕਤ ਕੁਲਦੀਪ ਸਿੰਘ ਬਰਾੜ ਉੱਤੇ ਹਮਲਾ ਕਰਨ ਲਈ ਦੋਸ਼ੀ ਕਰਾਰ ਦਿੱਤੇ ਗਏ 3 ਵਿਅਕਤੀਆਂ ਅਤੇ ਇੱਕ ਔਰਤ ਨੂੰ 10 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਇਹ ਫੈਸਲਾ ਬਰਤਾਨੀਆ ਦੀ ਇੱਕ ਅਦਾਲਤ ਨੇ ਸੁਣਾਇਆ ਹੈ। ਯੂਕੇ ਵਿੱਚ ਪਿੰਗਲਵਾੜਾ ਦੀ ਨਵੀਂ ਬ੍ਰਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਜਗਰਾਜ ਸਿੰਘ ਸਰਾਂ ਪ੍ਰਧਾਨ, ਜ਼ੋਰਾਵਰ ਸਿੰਘ ਰਾਏ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਬਾਵਾ ਖਜ਼ਾਨਚੀ ਅਤੇ ਕੁਲਵਿੰਦਰ ਕੌਰ ਜਨਰਲ ਸਕੱਤਰ ਥਾਪੇ ਗਏ ਨੇ। ਜਦਕਿ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਟਰਸਟ ਦੇ ਅਮਨਪ੍ਰੀਤ ਸਿੰਘ ਛੀਨਾ, ਸੁਖਦੇਵ ਸਿੰਘ ਸਿੰਧਾਵਾਲੀਆ, ਬੀਬੀ ਕਿਸ਼ਨਜੀਤ ਬਾਵਾ ਨੂੰ ਟਰਸਟੀ ਬਣਾਇਆ ਗਿਆ ਹੈ। ਸਪੇਨ ਵਿਖੇ ਨਵੇਂ ਗੁਰਦੁਆਰੇ ਸ਼੍ਰੀ ਕਲਗੀਧਰ ਸਾਹਿਬ ਦੀ ਸਥਾਪਨਾ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਸਪੇਨ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸਨ। ਇਸ ਦੇ ਨਾਲ ਹੀ ਸਾਡਾ ਹੋਮ ਅਬਰੋਡ ਦਾ ਇਹ ਐਪੀਸੋਡ ਇੱਥੇ ਹੀ ਖਤਮ ਕਰਨ ਦੀ ਸਾਨੂੰ ਦਿਓ ਇਜਾਜ਼ਤ। ਤੁਸੀਂ ਇਸ ਸ਼ੋਅ ਦੇ ਬਾਰੇ ਸਾਨੂੰ ਸੁਝਾਅ ਦੇਣਾ ਨਾ ਭੁੱਲਣਾ editor@dayandnightnews.com ਤੇ। ਅਸੀਂ ਤੁਹਾਡੇ ਵੱਲੋਂ ਦਿੱਤੀ ਗਈ ਸਲਾਹ ਤੇ ਵਿਚਾਰ ਵਟਾਂਦਰਾ ਕਰਾਂਗੇ। ਤੁਸੀਂ ਸਾਨੂੰ ਆਪਣੇ ਸੁਝਾਅ 017250434747 ਤੇ ਕਾਲ ਕਰਕੇ ਵੀ ਦੇ ਸਕਦੇ ਹੋ। ਦੇਸ਼ ਵਿਦੇਸ਼ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ। ਧੰਨਵਾਦ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।